हाँ जी, सत श्री अकाल, नमस्कार। मैं अंकुश एक होर नवीं वीडियो ਦੇ ਨਾਲ ਹਾਜ਼ਰ ਹੋ ਗਿਆ ਜੀ ਅੱਜ ਤੁਹਾਡੇ ਸਾਹਮਣੇ। ਸੋ ਉਮੀਦ ਕਰਦਾ ਹਾਂ ਜਿਵੇਂ ਤੁਸੀਂ ਸਾਡੀ ਲਾਸਟ ਵੀਡੀਓ ਨੂੰ ਇੰਨਾ ਪਿਆਰ ਦਿੱਤਾ, ਇਸ ਵੀਡੀਓ ਨੂੰ ਵੀ ਖੂਬ ਸ਼ੇਅਰ ਕਰੋਗੇ ਤੇ ਪਿਆਰ ਦਿਓਗੇ। ਇਸ ਤੋਂ ਇਲਾਵਾ ਸਾਡੇ ਚੈਨਲ ਤੇ ਤੁਹਾਨੂੰ ਹਰ ਇੱਕ ਸਬਜੈਕਟ ਦੇ ਬਾਰੇ ਜੋ ਹੈ ਰਿਲੇਟਡ ਅਸੀਂ ਕੁਝ MCQ ਲੈ ਕੇ ਆਏ ਹਾਂ, ਉਹ ਵੀਡੀਓ ਤੁਸੀਂ ਉੱਥੇ ਜਾ ਕੇ ਬੜੀ ਖੁਸ਼ੀ ਨਾਲ ਦੇਖ ਸਕਦੇ ਹੋ। ਸੋ ਬਿਨਾਂ ਦੇਰੀ ਦੇ ਅੱਜ ਦੀ ਜੋ ਵੀਡੀਓ ਹੈ, ਅੱਜ ਦਾ ਜੋ ਟੌਪਿਕ ਹੈ ਉਸ ਨੂੰ ਸ਼ੁਰੂ ਕਰਦੇ ਹਾਂ। ਅੱਜ ਰਹਿਣ ਵਾਲੀ ਹੈ ਜੀ ਕਲਾਸ ਪੀਐਸ ਟੈਟ ਪੇਪਰ ਜੋ 2020 ਦੇ ਵਿੱਚ ਹੋਇਆ ਸੀ। ਹਾਂਜੀ ਬਿਲਕੁਲ, ਜੋ 6635 ਦਾ ਪੀਐਸ ਟੈਟ ਕਹਿ ਸਕਦੇ ਹੋ ਹੋਇਆ ਸੀ, ਉਸਦੇ ਆਪਾਂ ਪੰਜਾਬੀ ਦੇ ਜਿੰਨੇ ਵੀ MCQ ਨੇ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵਿਸ਼ਲੇਸ਼ਣ ਕਰਾਂਗੇ। ਸੋ ਪਹਿਲੇ ਕੁਐਸਚਨ ਤੇ ਆਉਂਦੇ ਹਾਂ। ਇੱਥੇ ਇਹਨਾਂ ਨੇ ਪੁੱਛਿਆ ਹੈ ਕਿ ਕਿਸੇ ਬੋਲੀ ਨੂੰ ਜਾਂ ਕਿਸੇ ਬੋਲੀ ਦੇ ਸ਼ੁੱਧ ਰੂਪ ਵਿੱਚ ਪੜ੍ਹਨ ਲਿਖਣ ਲਈ ਵਿਦਵਾਨਾਂ ਵੱਲੋਂ ਜਿਹੜੇ ਨਿਯਮ ਬਣਾਏ ਗਏ ਨੇ ਜਾਂ ਉਸਦੇ ਸੰਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ। ਤਾਂ ਬਿਨਾਂ ਜੋ ਹੈ ਇੱਥੇ ਝਿਜਕ ਦੇ ਆਪਾਂ ਕਿਹੜਾ ਆਨਸਰ ਸਹੀ ਲਗਾਵਾਂਗੇ? ਏ। ਤਾਂ ਬਿਲਕੁਲ ਸੋਚਣ ਵਾਲੀ ਗੱਲ ਨਹੀਂ ਹੈ ਜੀ, ਈਜ਼ੀ ਹੈ। ਵਿਆਕਰਨ ਜਦੋਂ ਆਪਾਂ ਕਰਦੇ ਹਾਂ ਤਾਂ ਪਹਿਲੀ ਲਾਈਨ ਹੀ ਇਹ ਹੈ ਕਿ ਕੁਝ ਨਿਯਮ ਹੁੰਦੇ ਨੇ, ਰੂਲਸ ਹੁੰਦੇ ਨੇ। ਕੋਈ ਵੀ ਗ੍ਰਾਮਰ ਹੈ, ਕੋਈ ਵੀ ਲੈਂਗੁਏਜ ਹੈ, ਉਸਦੀ ਗ੍ਰਾਮਰ ਹੁੰਦੀ ਹੈ, ਤਾਂ ਉਸਦੇ ਸੰਗ੍ਰਹਿ ਨੂੰ ਆਪਾਂ ਵਿਆਕਰਨ ਕਹਿੰਦੇ ਹਾਂ। ठीक है, पहला क्वेश्चन क्लियर। अगला है शुद्ध उच्चारण ਲਈ ਬੱਚੇ ਜੋ ਹੈ शुद्ध उच्चारण ਲਈ ਬੱਚੇ ਨੂੰ ਗਿਆਨ ਦੇਣਾ ਚਾਹੀਦਾ ਹੈ ਕਿਸ ਚੀਜ਼ ਦਾ? ਤਾਂ ਜੀ ਆਪਾਂ ਨੂੰ ਗਿਆਨ ਦੇਣਾ ਚਾਹੀਦਾ ਹੈ ਧੁਨੀ ਦਾ, ਕਿਉਂਕਿ ਅਗਰ ਇੱਥੇ ਉਹਨਾਂ ਨੇ शुद्ध उच्चारण ਦੀ ਗੱਲ ਕੀਤੀ ਹੈ, ਬੋਲਣ ਦੀ ਗੱਲ ਕੀਤੀ ਹੈ, ਤਾਂ ਆਪਾਂ ਬੋਲਦੇ ਹਾਂ ਤਾਂ ਮੂੰਹ ਚੋਂ ਕੀ ਨਿਕਲਦੀ ਹੈ? ਧੁਨੀ। ठीक है, तो ये ਧੁਨੀ ਬੋਧ ਦਾ ਹਿੱਸਾ ਹੈ ਜੀ। ਧੁਨੀ ਬੋਧ ਜਿਹੜਾ ਆਪਾਂ ਟੌਪਿਕ ਕਰਾਂਗੇ ਕਲਾਸ ਦੇ ਵਿੱਚ, ਤਾਂ ਧੁਨੀ ਵਿਗਿਆਨ ਦੀ ਗੱਲ ਕੀਤੀ ਗਈ ਹੈ ਜੀ। ਨੈਕਸਟ ਕੁਐਸਚਨ ਕਰਦੇ ਹਾਂ। हाँ जी, शुद्ध उच्चारण ਲਈ ਇਹ ਹੋ ਗਿਆ ਕੁਐਸਚਨ। ਨੈਕਸਟ ਕਰਦੇ ਹਾਂ, ਸੌਰੀ ਮਾਫ ਕਰਨਾ। ਲੋ, ਇੱਕ ਚੰਗੀ ਪਾਠ ਪੁਸਤਕ ਵਿੱਚ ਕੀ ਹੋਣਾ ਚਾਹੀਦਾ ਹੈ? ਤਾਂ ਜੀ ਲਿਖੀਆਂ ਆਪਸ਼ਨਾਂ ਵਿਆਕਰਨਿਕ ਸ਼ੁੱਧੀਆਂ ਨਾ ਹੋਣ, ਭਾਸ਼ਾ ਸ਼ੈਲੀ ਸਪਸ਼ਟ ਹੋਵੇ, ਵਿਸ਼ਾ ਵਸਤੂ ਬੱਚਿਆਂ ਦੇ ਅਨੁਕੂਲ ਹੋਵੇ। ਬਿਲਕੁਲ ਜੀ, ਤਿੰਨੇ ਹੀ ਆਪਸ਼ਨਾਂ ਰਾਈਟ ਨੇ। ਤਾਂ ਰਾਈਟ ਕੀ ਹੋਏਗਾ? ਡੀ ਤੁਹਾਡੀ ਸਹੀ ਹੋਏਗੀ ਸਾਰੇ ਹੀ। ਕਿਉਂ? ਅਗਰ ਤੁਸੀਂ ਬੁੱਕ ਲਿਖਣਾ ਚਾਹੁੰਦੇ ਹੋ, ਪਾਠ ਪੁਸਤਕ ਹੈ ਤੁਹਾਡੀ, ਤਾਂ ਕੀ ਚੀਜ਼ਾਂ ਦਾ ਧਿਆਨ ਰੱਖੋਗੇ? ਇੱਕ ਤਾਂ ਗ੍ਰਾਮਰ ਜੋ ਹੈ ਸਹੀ ਹੋਵੇ, ਭਾਸ਼ਾ ਸ਼ੈਲੀ ਸਪਸ਼ਟ ਹੋਵੇ ਯਾਨੀ ਲਿਖਾਵਟ ਸਾਫ਼ ਹੋਵੇ, ਸਮਝ ਸਹੀ ਆ ਜਾਏ, ਈਜ਼ੀ ਤੋਂ ਟਫ ਜੋ ਹੈ ਤੁਹਾਡਾ ਪੈਟਰਨ ਹੋਵੇ, ਵਿਸ਼ਾ ਵਸਤੂ ਕਿਵੇਂ ਬੱਚਿਆਂ ਦੇ ਅਨੁਕੂਲ ਹੋਵੇ ਕਿ ਹੁਣ ਜਿਹੜੀ ਕਲਾਸ ਦੀ ਤੁਸੀਂ ਪਾਠ ਪੁਸਤਕ ਬਣਾ ਰਹੇ ਹੋ ਉਹ ਬੱਚਿਆਂ ਦੇ ਅਨੁਕੂਲ ਹੋਵੇ। ਇਹ ਨਾ ਹੋਵੇ ਤੀਸਰੀ ਕਲਾਸ ਵਿੱਚ ਤੁਸੀਂ 12ਵੀਂ ਦੇ ਜੋ ਹੈ ਫਾਰਮੂਲਾ ਵਗੈਰਾ ਜਾਂ ਇੰਨਾ ਔਖਾ ਸਿਲੇਬਸ ਤੁਸੀਂ ਪਾ ਦਿਓ, ਫਿਰ ਬੱਚੇ ਤੋਂ ਨਹੀਂ ਪੜਿਆ ਜਾਂਦਾ। ਤਾਂ ਵਿਸ਼ਾ ਵਸਤੂ ਵੀ ਕੀ ਹੋਣੀ ਚਾਹੀਦੀ? ਬੱਚਿਆਂ ਦੇ ਅਨੁਕੂਲ ਹੋਣੀ ਚਾਹੀਦੀ ਹੈ। ਸੋ ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਭਾਸ਼ਾ ਵਿੱਚ ਮੌਖਿਕ ਤੇ ਲਿਖਤ ਰੂਪਾਂ ਨੂੰ ਸ਼ੁੱਧ ਤੇ ਸਪਸ਼ਟ ਰੱਖਣ ਲਈ ਲੋੜ ਪੈਂਦੀ ਹੈ ਕਿਸ ਚੀਜ਼ ਦੀ? ਅਗਰ ਭਾਸ਼ਾ ਲੈਂਗੁਏਜ ਦੀ ਗੱਲ ਹੋ ਰਹੀ ਹੈ, ਉਸ ਵਿੱਚ ਤੁਸੀਂ ਮੌਖਿਕ ਯਾਨੀ ਬੋਲਣਾ ਤੇ ਲਿਖਣਾ, ਇਸ ਨੂੰ ਸ਼ੁੱਧ ਰੱਖਣਾ ਹੈ ਯਾਨੀ ਕੋਈ ਵਿੱਚ ਗਲਤੀ ਨਾ ਹੋਵੇ, ਤਾਂ ਕਿਸ ਚੀਜ਼ ਦੀ ਲੋੜ ਪੈਂਦੀ ਹੈ? ਪੜ੍ਹੇ ਲਿਖੇ ਲੋਕਾਂ ਦੀ, ਬੋਲਚਾਲ ਦੇ ਢੰਗ ਦੀ, ਸੁਲੇਖ ਲਿਖਣ ਦੀ ਜਾਂ ਵਿਆਕਰਨਿਕ ਨਿਯਮਾਂ ਦੀ? ਦੇਖੋ, ਇਹ ਵਿਆਕਰਨ ਵਾਲੇ ਕੁਐਸਚਨ ਨੂੰ ਥੋੜਾ ਜਿਹਾ ਮੋਲਡ ਕਰਕੇ ਹੀ ਪੁੱਛਿਆ ਗਿਆ ਹੈ, ਕੋਈ ਜ਼ਿਆਦਾ ਇਸ ਵਿੱਚ ਸੋਚਣ ਵਾਲੀ ਗੱਲ ਨਹੀਂ। ਇਸ ਦਾ ਰਾਈਟ ਆਨਸਰ ਕੀ ਆਏਗਾ? ਕੀ ਆਏਗਾ ਜੀ? ਅਗਰ ਤੁਸੀਂ ਭਾਸ਼ਾ ਵਿੱਚ ਮੌਖਿਕ ਤੇ ਲਿਖਤੀ ਰੂਪਾਂ ਨੂੰ ਸ਼ੁੱਧ ਸਪਸ਼ਟ ਜੋ ਹੈ ਰੱਖਣ ਦੀ ਲੋੜ ਪੈਂਦੀ ਹੈ, ਤਾਂ 34 ਦਾ ਕੀ ਆਨਸਰ ਲਗਾ ਰਹੇ ਹੋ? ਡੀ ਬਿਲਕੁਲ ਸਹੀ ਹੈ। ਗ੍ਰਾਮਰ ਦੀ ਪਹਿਲੇ ਕੁਐਸਚਨ ਵਿੱਚ ਵੀ ਗ੍ਰਾਮਰ ਸੀ, ਇਸ ਵਿੱਚ ਵੀ ਗ੍ਰਾਮਰ ਹੀ ਪੁੱਛੀ ਗਈ ਹੈ। ਅਗਰ ਤੁਹਾਨੂੰ ਨਿਯਮ ਨਹੀਂ ਪਤਾ ਤਾਂ ਫਿਰ ਜੋ ਹੈ ਤੁਸੀਂ ਭਾਸ਼ਾ ਸ਼ੁੱਧ ਨਹੀਂ ਕਰ ਸਕਦੇ, ਤੁਸੀਂ ਮਿਸਟੇਕ ਕਰੋਗੇ। ਸੋ ਗ੍ਰਾਮਰ ਪਤਾ ਹੋਣੀ ਚਾਹੀਦੀ ਹੈ। ਫਿਰ ਹੈ ਜੀ ਉਪਚਾਰਾਤਮਿਕ ਸਿੱਖਿਆ ਦਾ ਅਰਥ। ਤਾਂ ਜੀ ਉਪਚਾਰਾਤਮਿਕ ਸਿੱਖਿਆ ਹਰ ਵਾਰ ਜਦੋਂ ਵੀ ਕਲਾਸ ਵਿੱਚ ਪੜ੍ਹਾਇਆ ਜਾਂਦਾ ਹੈ ਮੈਂ ਦੱਸਦਾ ਵੀ ਹੁੰਨਾ ਕਿ ਇਹ ਚੀਜ਼ ਤੇ ਕੁਐਸਚਨ ਜ਼ਰੂਰ ਆਉਂਦਾ ਹੈ। ਇਹ ਟੌਪਿਕ ਬਹੁਤ ਇੰਪੋਰਟੈਂਟ ਹੈ। ਸੋ ਇੱਥੇ ਜੋ ਉਪਚਾਰ ਸ਼ਬਦ ਹੈ ਉਸ ਦਾ ਮਤਲਬ ਕੀ ਹੁੰਦਾ ਹੈ? ਇਲਾਜ ਕਰਨਾ। ਪਰ ਕਿਸ ਚੀਜ਼ ਦਾ? ਬਿਮਾਰ ਬੱਚੇ ਦਾ ਨਹੀਂ। ਇੱਥੇ ਗੱਲ ਕਰ ਰਹੀ ਹੈ ਐਜੂਕੇਸ਼ਨ ਦੀ ਯਾਨੀ ਸਿੱਖਿਆ ਦਾ ਇਲਾਜ। ਅਗਰ ਬੱਚੇ ਨੂੰ ਦੇਖੋ ਸਿੱਖਿਆ ਗ੍ਰਹਿਣ ਨਹੀਂ ਹੋ ਰਹੀ ਜਾਂ ਉਸਨੂੰ ਦਿੱਕਤ ਆ ਰਹੀ ਹੈ ਸਮਝਣ ਵਿੱਚ, ਉਸ ਦਾ ਇਲਾਜ ਕਰਨਾ ਹੁੰਦਾ ਉਪਚਾਰ ਕਰਨਾ, ਉਪਚਾਰਾਤਮਿਕ ਸਿੱਖਿਆ। ਸੋ ਬੀ ਆਪਸ਼ਨ ਦੇਖੋ, ਬੱਚੇ ਦਾ ਇਲਾਜ ਕਰਨਾ ਨਹੀਂ, ਪਰ ਕਿਸ ਚੀਜ਼ ਦਾ ਇਲਾਜ ਕਰਨਾ? ਤਾਂ ਇਸ ਦਾ ਅਰਥ ਹੈ, ਪਰ ਕਿਸ ਚੀਜ਼ ਦਾ ਉਹ ਨਹੀਂ ਦੱਸਿਆ ਹੋਇਆ। ਤਾਂ ਬੀ ਆਪਸ਼ਨ ਕੀ ਹੋਗੀ ਤੁਹਾਡੀ? ਗਲਤ ਹੋਗੀ। ਛੁੱਟੀ ਤੋਂ ਪਿੱਛੋਂ ਨਹੀਂ। ਛੁੱਟੀ ਕਰ ਦੋ, ਫਿਰ ਬੱਚਿਆਂ ਨੂੰ ਕਹੋ ਤੁਸੀਂ ਵੀ ਆਰਾਮ ਕਰੋ, ਅਸੀਂ ਵੀ ਆਰਾਮ ਕਰਦੇ ਹਾਂ, ਜਾ ਕੇ ਘਰ ਦਾ ਕੰਮ ਕਰੋ। ਠੀਕ ਹੈ, ਸੋ ਛੁੱਟੀ ਤੋਂ ਪਿੱਛੇ ਨਹੀਂ, ਇਹ ਤਾਂ ਇਸ ਦਾ ਅਰਥ ਬਿਲਕੁਲ ਵੀ ਨਹੀਂ ਹੈ। ਅੱਛਾ, ਡੀ ਆਪਸ਼ਨ ਏ ਲਿਖਿਆ ਹੋਇਆ, ਮਾਫ ਕਰਨਾ, ਡੀ ਹੈ ਸਰੀਰਕ ਤੌਰ ਤੇ ਕਮਜ਼ੋਰ ਬੱਚਿਆਂ ਨੂੰ ਖੁਰਾਕ ਦੇਣੀ। ਦੇਖੋ, ਇਹ ਮਿਡ ਡੇ ਮੀਲ ਦਾ ਕੰਮ ਹੈ, ਅੱਧੀ ਛੁੱਟੀ ਦਾ ਕੰਮ ਹੈ, ਉਸ ਲਈ ਸਟਾਫ ਹੁੰਦਾ ਹੈ, ਉਹ ਆਪਣੀ ਚਿੰਤਾ ਨਹੀਂ ਹੈ, ਟੀਚਰ ਦੀ ਚਿੰਤਾ ਹੈ। ਉਪਚਾਰਾਤਮਿਕ ਸਿੱਖਿਆ ਦਾ ਅਰਥ ਕੀ ਹੈ ਜੀ? ਕਮਜ਼ੋਰ ਵਿਦਿਆਰਥੀਆਂ ਦੇ ਅਧਿਐਨ ਲਿਖਣ ਦੇ ਦੋਸ਼ ਨੂੰ ਦੂਰ ਕਰਨਾ। ਯਾਨੀ ਜੋ ਬੱਚੇ ਪੜ੍ਹਨ ਲਿਖਣ ਵਿੱਚ ਕਮਜ਼ੋਰ ਨੇ, ਉਹਨਾਂ ਨੂੰ ਜੋ ਰੁਕਾਵਟਾਂ ਆ ਰਹੀਆਂ ਨੇ, ਉਹ ਰੁਕਾਵਟਾਂ ਲੱਭ ਕੇ ਉਸ ਦਾ ਇਲਾਜ ਕਰਨਾ, ਇਹ ਹੁੰਦੀ ਹੈ ਉਪਚਾਰਾਤਮਿਕ ਸਿੱਖਿਆ। ਹਾਂਜੀ, ਅਗਲਾ ਕੁਐਸਚਨ ਹੈ ਭਾਸ਼ਾ ਸਿੱਖਿਆ ਦਾ ਮੁੱਖ ਉਦੇਸ਼ ਕੀ ਹੈ? ਭਾਸ਼ਾ ਸਿੱਖਿਆ, ਭਾਸ਼ਾ ਲੈਂਗੁਏਜ ਦੀ ਗੱਲ ਕੀਤੀ ਹੈ, ਇਸ ਦਾ ਉਦੇਸ਼ ਕੀ ਹੈ? ਟਾਰਗੇਟ ਕੀ ਹੈ? ਬੱਚਿਆਂ ਨੂੰ ਪੜ੍ਹਾਉਣਾ, ਲਿਖਣਾ ਸਿਖਾਉਣਾ, ਭਾਸ਼ਾ ਸਿੱਖਿਆ ਦੇ ਸਾਰੇ ਕੌਸ਼ਲਾਂ 'ਚ ਨਿਪੁੰਨ ਕਰਨਾ ਜਾਂ ਲੇਖ ਲਿਖਣਾ ਸਿਖਾਉਣਾ? ਦੇਖੋ ਇੱਥੇ
ਆਪਸ਼ਨ ਕਿਤੇ ਨਾ ਕਿਤੇ ਸਾਰੀਆਂ ਸਹੀ ਨੇ, ਪਰ ਇਹਨਾਂ ਵਿੱਚ ਅਧੂਰੀਆਂ ਨੇ। ਅਧੂਰੀ ਕੀ ਹੈ? ਇੱਥੇ ਸਿਰਫ ਪੜ੍ਹਨ ਦੀ ਗੱਲ ਕੀਤੀ ਹੋਈ ਹੈ, ਇੱਥੇ ਲਿਖਣ ਦੀ ਕੀਤੀ ਹੋਈ ਹੈ, ਇੱਥੇ ਵੀ ਇਕੱਲੀ ਲਿਖਣ ਦੀ ਗੱਲ ਕੀਤੀ ਹੈ। ਤਾਂ ਸਾਰੇ ਕੌਸ਼ਲ ਕਿਹੜੇ ਹੁੰਦੇ ਨੇ? ਕੌਸ਼ਲ ਇੱਥੇ ਸਾਈਡ ਤੇ ਮੈਂ ਲਿਖ ਰਿਹਾ, ਸਪੀਕਿੰਗ, ਲਿਸਨਿੰਗ, ਰੀਡਿੰਗ, ਰਾਈਟਿੰਗ, ਜੋ ਹੈ ਬੋਲਣਾ, ਸੁਣਨਾ, ਪੜ੍ਹਨਾ ਤੇ ਲਿਖਣਾ। ਜਦੋਂ ਇਹ ਚਾਰਾਂ ਵਿੱਚ ਨਿਪੁੰਨਤਾ ਹੋ ਜਾਂਦੀ ਹੈ, ਯਾਨੀ ਚਾਰੇ ਕੌਸ਼ਲਾਂ ਸਕਿੱਲ ਦੇ ਵਿੱਚ ਬੱਚਾ ਨਿਪੁੰਨ ਹੋ ਜਾਂਦਾ ਹੈ, ਉਹੀ ਉਦੇਸ਼ ਕੀ ਹੁੰਦੇ ਆ? ਪੂਰੇ ਹੁੰਦੇ ਆ। ਸੋ ਆਪਸ਼ਨ ਸੀ ਰਾਈਟ ਹੈ। ਅੱਗੇ ਹੈ ਜੀ ਪ੍ਰਭਾਵਸ਼ਾਲੀ ਸੁਣਕ, ਯਾਨੀ ਇੱਕ ਅੱਛਾ ਸੁਣਨਾ ਕੀ ਹੁੰਦਾ ਹੈ? ਜੋ ਸੁਣਿਆ ਜਾਵੇ, ਸੱਚ ਮੰਨਿਆ ਜਾਵੇ? ਨਹੀਂ ਜੀ, ਇਹ ਤਾਂ ਫਿਰ ਵਿੱਚ ਕਈ ਗੱਪ ਵੀ ਮਾਰਦੇ ਆ, ਸੋ ਸਾਰਾ ਕੁਝ ਥੋੜੀ ਸੱਚ ਮੰਨ ਲੋਗੇ। ਸੁਣਨ ਵਾਲਾ ਚੰਗਾ ਬੁਲਾਗ ਹੋਵੇ, ਹੋਣਾ ਚਾਹੀਦਾ ਬਿਲਕੁਲ ਇੱਕ ਚੰਗਾ ਬੁਲਾਰਾ ਹੋਊਗਾ, ਫਿਰ ਹੀ ਤੁਹਾਨੂੰ ਸਮਝ ਆਏਗੀ। ਹੁਣ ਮੈਂ ਅਗਰ ਚੰਗਾ ਬੁਲਾਰਾ ਨਹੀਂ ਤਾਂ ਤੁਹਾਨੂੰ ਕਨਸੈਪਟ ਕਲੀਅਰ ਨਹੀਂ ਹੋਏਗਾ। ਪਰ ਅਗਰ ਤੁਸੀਂ ਸੁਣ ਕੇ ਸਮਝਿਆ ਹੀ ਨਹੀਂ, ਫਿਰ ਭਾਵੇਂ ਮੈਂ ਜਿੰਨਾ ਮਰਜ਼ੀ ਚੰਗਾ ਬੁਲਾਰਾ ਹੋਵਾਂ, ਤੁਹਾਨੂੰ ਸਮਝ ਨਹੀਂ ਆਏਗੀ। ਸੋ ਆਪਸ਼ਨ ਅਧੂਰੀ ਹੈ, ਰਾਈਟ ਆਪਸ਼ਨ ਬਣਦੀ ਹੈ ਸੀ, ਜੋ ਸੁਣਿਆ ਜਾਵੇ, ਪੂਰੀ ਤਰ੍ਹਾਂ ਸਮਝਿਆ ਜਾਵੇ। ਆਪਸ਼ਨ ਰਾਈਟ ਕਿਹੜੀ ਸਹੀ ਬਣੇਗੀ? ਸੀ, ਕਿਉਂਕਿ ਅਗਰ ਸੁਣ ਲਿਆ ਫਿਰ ਸਮਝ ਲਿਆ, ਫਿਰ ਹੀ ਜੋ ਹੈ ਤੁਸੀਂ ਇੱਕ ਚੰਗਾ ਸੁਣਕ ਜੋ ਹੈ, ਜਾਂ ਕਹਿ ਲਓ ਪ੍ਰਭਾਵਸ਼ਾਲੀ ਤੁਹਾਡਾ ਸੁਣਨਾ ਹੈ। ਇੱਥੇ ਆਪਸ਼ਨ ਉਲਟ ਦਿੱਤੀ ਹੋਈ ਹੈ, ਸਮਝਿਆ ਪਹਿਲਾਂ ਦਿੱਤਾ ਹੋਇਆ, ਸੁਣਿਆ ਬਾਅਦ ਚ ਦਿੱਤਾ ਹੋਇਆ। ਇਹ ਆਪਸ਼ਨ ਗਲਤ ਹੈ, ਸੋ ਸੀ ਰਾਈਟ ਹੈ ਜੀ। ਅੱਗੇ ਹੈ ਬੱਚਾ ਸ਼ੁੱਧ ਬੋਲ ਲਿਖਿਤ। ਇਹ ਕੁਐਸਚਨ ਆਪਾਂ ਪਹਿਲਾਂ ਵੀ ਕੀਤਾ ਹੈ, ਦੁਬਾਰਾ ਫਿਰ ਰਿਪੀਟ ਹੈ, ਪਰ ਚੇਂਜ ਕਰਕੇ ਲਿਖਿਆ ਹੋਇਆ ਹੈ ਕਿ ਅਗਰ ਬੋਲ ਲਿਖਿਤ ਹੋਵੇ, ਯਾਨੀ ਬੱਚਿਆਂ ਨੂੰ ਤੁਸੀਂ ਬੋਲ ਕੇ ਲਿਖਾਉਂਦੇ ਹੋ ਡਿਕਟੇਸ਼ਨਸ ਜੋ ਨੇ, ਤਾਂ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ? ਮੈਂ ਪਹਿਲਾਂ ਵੀ ਦੱਸਿਆ ਹੈ ਕਿ ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ। ਆਪਾਂ ਹੁਣੇ ਚੀਜ਼ ਕੀਤੀ ਹੈ, ਸੁਣੇ ਤੇ ਸਮਝੇ। ਤੁਸੀਂ ਬੋਲਿਆ ਤੇ ਬੱਚਿਆਂ ਨੇ ਅਗਰ ਚੰਗੀ ਤਰ੍ਹਾਂ ਸੁਣ ਕੇ ਸਮਝਿਆ ਨਹੀਂ ਤਾਂ ਫਿਰ ਸਹੀ ਨਹੀਂ ਲਿਖਣਗੇ। ਸੋ ਬੀ ਆਪਸ਼ਨ ਰਾਈਟ ਆਏਗੀ। ਠੀਕ ਹੈ, ਜਿੰਨੇ ਵਿਆਕਰਨ ਨੂੰ ਨਹੀਂ, ਅਗਰ ਵਿਆਕਰਨ ਉਸ ਨੂੰ ਆਉਂਦੀ ਹੈ ਤਾਂ ਉਸ ਨੂੰ ਫਿਰ ਹੀ ਸਮਝੇਗਾ, ਤਾਂ ਇਹ ਆਪਸ਼ਨ ਰਾਈਟ ਨਹੀਂ ਆਏਗੀ। ਠੀਕ ਹੈ, ਵਿਆਕਰਨ ਆਲਰੇਡੀ ਉਸ ਨੂੰ ਆਣੀ ਚਾਹੀਦੀ ਹੈ, ਉਸ ਤੋਂ ਬਾਅਦ ਉਹ ਸੁਣ ਕੇ ਸਮਝੇ, ਫਿਰ ਹੀ ਉਹ ਬੋਲ ਲਿਖਿਤ ਕਰ ਸਕਦਾ ਹੈ, ਕਿਉਂਕਿ ਇਹਨਾਂ ਨੇ ਸਪੈਸ਼ਲ ਗੱਲ ਕੀਤੀ ਹੈ ਸਿਰਫ ਬੋਲ ਲਿਖਿਤ ਦੀ। ਗੱਲ ਕਿਸ ਦੀ ਹੋਈ ਹੈ? ਬੋਲ ਲਿਖਿਤ ਦੀ। ਤਾਂ ਉਸ ਲਈ ਸੁਣੇ ਤੇ ਸਮਝੇ, ਫਿਰ ਹੀ ਸਹੀ ਲਿਖ ਸਕਦਾ ਹੈ। ਚਲੋ ਅੱਗੇ ਹੈ, ਦੇਖੋ ਪੈਰਾ ਆ ਗਿਆ ਵੀ। ਪੈਰਾ ਰੀਡਿੰਗ ਵਿੱਚ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਹੋਇਆ, ਜਦੋਂ ਕਲਾਸ ਲੱਗਦੀ ਹੈ ਉਦੋਂ ਵੀ ਮੈਂ ਬੱਚਿਆਂ ਨੂੰ ਦੱਸਦਾ ਹੁੰਨਾ ਕਿ ਪਹਿਲਾਂ ਤੁਸੀਂ ਕੀ ਕਰਨਾ ਹੈ, ਸਾਰੇ ਪੈਰੇ ਨੂੰ ਪੜ੍ਹ ਲੈਣਾ। ਸਾਰਾ ਪੈਰਾ ਪੜ੍ਹ ਲਿਓ, ਫਿਰ ਕੀ ਹੈ, ਤੁਸੀਂ ਕੁਐਸਚਨਸ ਦੇਖਣੇ ਨੇ। ਕੁਐਸਚਨ ਦੇ ਵਿੱਚੋਂ ਤੁਸੀਂ ਜੋ ਮੇਨ ਸ਼ਬਦ ਹੁੰਦਾ, ਮੂਲ ਸ਼ਬਦ ਹੁੰਦਾ, ਉਸ ਨੂੰ ਦੇਖ ਕੇ ਸਿੱਧਾ ਪੈਰੇ ਦੇ ਵਿੱਚ ਉੱਥੇ ਪਹੁੰਚ ਜਾਣਾ ਹੈ। ਤੁਹਾਨੂੰ ਆਨਸਰ ਜੋ ਹੈ ਨਜ਼ਦੀਕ ਹੀ ਕਿੱਧਰ ਪਿਆ ਜੋ ਹੈ ਮਿਲ ਜਾਏਗਾ। ਸੋ ਉਮੀਦ ਹੈ ਸਾਰਿਆਂ ਨੇ ਇੱਕ ਵਾਰ ਜੋ ਹੈ ਪੈਰਾ ਪੜ੍ਹ ਲਿਆ ਹੋਵੇਗਾ। ਚਲੋ ਫਿਰ ਹੁਣ ਕਰਦੇ ਹਾਂ ਕੁਐਸਚਨਸ। ਪਹਿਲਾ ਕੁਐਸਚਨ ਹੈ ਵੀ ਪੈਰੇ ਦਾ, ਪੰਜਾਬੀਆਂ ਨੂੰ ਵੀਰਤਾ ਦੀ ਜੋ ਹੈ, ਇੱਕ ਸੈਕਿੰਡ, ਪੰਜਾਬੀਆਂ ਨੂੰ ਵੀਰਤਾ ਦੀ ਰੁਚੀ ਕਿੱਥੋਂ ਮਿਲਦੀ ਹੈ? ਤਾਂ ਦੇਖੋ ਪੈਰੇ ਦੀ ਪਹਿਲੀ ਲਾਈਨ 'ਚ ਹੀ ਪਿਆ, ਵਿਰਾਸਤ ਤੋਂ ਮਿਲਦੀ ਹੈ। ਸੋ ਰਾਈਟ ਆਨਸਰ ਕੀ ਹੈ ਜੀ ਇਸ ਦਾ? ਕਿੱਥੋਂ ਹੈ ਜੀ? ਕਿਹੜੀ ਆਪਸ਼ਨ ਹੈ? ਬੀ ਆਏਗਾ ਇੱਥੇ ਰਾਜੇ, ਬੀ ਲੱਗਿਆ ਹੋਇਆ, ਬੀ ਬੋਲ। ਠੀਕ ਹੈ, ਸੈਕਿੰਡ ਆਪਸ਼ਨ ਰਾਈਟ ਹੈ, ਇਸ ਦੀ ਵਿਰਾਸਤ ਤੋਂ ਮਿਲਦੀ ਹੈ। ਅਗਲਾ ਕੁਐਸਚਨ ਹੈ ਜੀ, ਪੰਜਾਬੀ ਕਿੰਨਾ ਤੋਂ ਈਨ ਨਹੀਂ ਸੀ ਮੰਨਦੇ? ਪਰਿਵਾਰਾਂ ਤੋਂ, ਗਵਾਂਢੀਆਂ ਤੋਂ, ਵੱਡ ਵਡੇਰਿਆਂ ਤੋਂ, ਵਿਦੇਸ਼ੀ ਧਾੜਵੀਆਂ ਤੋਂ। ਦੇਖੋ ਇੱਥੇ ਆਪਸ਼ਨ ਪਈ ਹੈ, ਤੁਸੀਂ ਹੁਣ ਦੇਖ ਲਿਆ, ਈਨ ਮੰਨੀ ਆ ਪਿਆ ਜੀ, ਈਨ ਮੰਨੀ। ਤਾਂ ਰਾਈਟ ਆਪਸ਼ਨ ਕੀ ਹੈ? ਪਰਦੇਸੀ ਧਾੜਵੀਆਂ ਤੋਂ ਇਨਕਾਰੀ ਪੰਜਾਬੀਆਂ ਦੀ ਅਣਖ ਰੋਹ ਵਿੱਚ। ਤਾਂ ਉਹਨਾਂ ਨੇ ਇਨਕਾਰ ਕਰਤਾ ਈਨ ਮੰਨਣੀ ਤੋਂ। ਤਾਂ ਰਾਈਟ ਆਨਸਰ ਕੀ ਹੋਏਗਾ? ਵਿਦੇਸ਼ੀ ਧਾੜਵੀਆਂ ਤੋਂ। ਠੀਕ ਹੈ, 41 ਅੱਗੇ ਕੁਐਸਚਨ ਕਰਦੇ ਹਾਂ। ਈਨ ਮੰਨਣੀ ਦਾ ਹੁਣ ਅਰਥ ਪੁੱਛਿਆ, ਭਾਵ ਕੀ ਹੈ? ਹੁਣ ਤੁਸੀਂ ਗ੍ਰਾਮਰ ਕੀਤੀ ਹੋਏਗੀ, ਅਖਾਣ ਮੁਹਾਵਰੇ ਕੀਤੇ ਹੋਣਗੇ, ਤੁਹਾਨੂੰ ਪਤਾ ਹੋਏਗਾ ਕਿ ਹਾਰ ਮੰਨਣੀ ਹੁੰਦਾ ਜੀ ਇਸ ਦਾ ਅਰਥ। ਬੀ ਆਪਸ਼ਨ ਸਹੀ ਹੈ। ਅੱਗੇ ਹੈ ਜੀ, ਯੂਨਾਨੀ ਕਾਲ ਵਿੱਚ ਤੇ ਅੰਗਰੇਜ਼ੀ ਕਾਲ ਤੱਕ ਪੰਜਾਬੀਆਂ ਨੇ ਆਪਣੇ ਦੁਸ਼ਮਣਾਂ ਨਾਲ ਬਦਲਾ ਕਿਵੇਂ ਲਿਆ? ਕਿਵੇਂ ਲਿਆ ਸੀ ਬਦਲਾ? ਚਲੋ ਦੇਖ ਲਓ ਵੀ, ਆ ਦੇਖੋ ਆ ਪਿਆ, ਅੰਗਰੇਜ਼ੀ ਰਾਜ ਤੇ ਯੂਨਾਨੀ ਕਾਲ। ਤਾਂ ਵਿਰੁੱਧ ਬੇਅੰਤ ਵਾਰ ਤੇਗਾਂ ਚਲਾਉਣੀਆਂ ਪਈਆਂ। ਤਾਂ ਕਿਵੇਂ ਬਦਲਾ ਲਿਆ? ਤੇਗਾਂ ਚਲਾ ਕੇ। ਤਾਂ ਇਹ ਆਪਸ਼ਨ ਕੀ ਹੋਈ ਆਪਣੀ? ਸਹੀ ਹੋਈ। ਠੀਕ ਹੈ, ਈਜ਼ੀ ਕੁਐਸਚਨ ਮਿਲ ਰਿਹਾ ਨਾ? ਹਾਂਜੀ, ਤਾਂ ਇਹ ਤੁਹਾਡੇ ਸਾਹਮਣੇ ਸਾਡੇ ਕੁਝ ਲਿੰਕ ਦਿੱਤੇ ਹੋਏ। ਅਗਰ ਤੁਸੀਂ ਨਵੇਂ ਹੋ ਚੈਨਲ ਤੇ, ਚਾਹੁੰਦੇ ਹੋ ਸਟੱਡੀ ਬਜ਼ਰ ਦੇ ਮੈਂਬਰ ਬਣਨਾ ਫ੍ਰੀ ਦੇ ਵਿੱਚ, ਕੋਈ ਪੈਸਾ ਨਹੀਂ ਲੱਗੇਗਾ। ਕਰਨਾ ਕੀ ਹੈ, ਇਹ ਤੁਹਾਨੂੰ ਨੀਚੇ ਨੰਬਰ ਨਜ਼ਰ ਆ ਰਿਹਾ ਹੋਵੇਗਾ, ਇਹ ਨੀਚੇ ਹੋਰ ਵੀ ਨਜ਼ਰ ਆ ਰਿਹਾ, ਇੱਕ ਨੰਬਰ ਸੇਮ ਹੈ। ਇਸੇ ਹੀ ਨੰਬਰ ਤੇ ਤੁਸੀਂ ਕੀ ਕਰਨਾ, ਇੱਕ ਛੋਟਾ ਜਿਹਾ ਮੈਸੇਜ ਕਰਨਾ ਹੈ, ਇੱਕ ਆਪਦਾ ਨਾਮ ਲਿਖ ਦੇਣਾ ਹੈ, ਪੇਪਰ 1 ਜਾਂ 2 ਜਿਸ ਦੀ ਵੀ ਤਿਆਰੀ ਕਰ ਰਹੇ ਹੋ ਦੱਸ ਦੇਣਾ ਹੈ, ਸਿਟੀ ਦੱਸ ਦੇਣੀ ਹੈ, ਤੇ ਇੱਕ ਨਿੱਕੀ ਜੀ ਚੀਜ਼ ਹੋਰ ਦੱਸਣੀ ਹੈ, ਜੈਂਡਰ। ਇਹ ਕਿਉਂ ਦੱਸਿਆ? ਕਿਉਂਕਿ WhatsApp ਗਰੁੱਪ ਦੇਖੋ 2 ਹੈਗੇ ਨੇ, ਇੱਕ ਬॉयਜ਼ ਲਈ ਹੈ ਤੇ ਇੱਕ ਗਰਲਸ ਲਈ ਹੈ। ਪ੍ਰਾਈਵੇਸੀ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਕੁੜੀਆਂ ਨੂੰ ਉਹਨਾਂ ਦੇ ਗਰੁੱਪ 'ਚ ਐਡ ਕਰਾਂਗੇ, ਮੁੰਡਿਆਂ ਨੂੰ ਅਲੱਗ 'ਚ ਕਰਾਂਗੇ। ਸੋ ਤਾਂ ਕਰਕੇ ਆਪਦਾ ਜੈਂਡਰ ਜੋ ਹੈ ਲਿੰਕ ਦੱਸ ਕੇ ਸਾਨੂੰ ਮੈਸੇਜ ਕਰਨਾ, ਫਿਰ ਤੁਹਾਨੂੰ ਉਸ ਹਿਸਾਬ ਨਾਲ ਅਸੀਂ ਐਡ ਕਰ ਦਿਆਂਗੇ। ਤਾਂ ਇੱਥੇ ਹੈ ਜੀ ਟੈਲੀਗ੍ਰਾਮ
ਤਾਂ ਇੱਥੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ, ਜਿਸ ਨਾਲ ਤੁਸੀਂ ਸਾਡੇ MCQ ਜਿਹੜੇ ਉੱਥੇ ਪ੍ਰੋਵਾਈਡ ਹੁੰਦੇ ਆ ਉਹ ਤੁਸੀਂ ਉਸ ਦਾ ਫਾਇਦਾ ਉਠਾ ਸਕੋ। ਇਹ ਬਿਲਕੁਲ ਫ੍ਰੀ ਹੁੰਦਾ ਜੀ ਗਰੁੱਪ, ਕੋਈ ਤੁਹਾਡੇ ਕੋਲ ਪੈਸੇ ਨਹੀਂ ਲਵਾਂਗੇ, ਠੀਕ ਹੈ, ਬਿਲਕੁਲ ਫ੍ਰੀ ਹੈ। ਹਾਂਜੀ, ਫੇਸਬੁੱਕ ਤੇ ਫੋਲੋ ਕਰ ਸਕਦੇ ਹੋ ਤੇ YouTube ਨੂੰ ਜਰੂਰ ਤੁਸੀਂ ਜੋ ਹੈ ਸਬਸਕ੍ਰਾਈਬ ਕਰ ਦੇਣਾ ਸਾਡੇ ਇਸ ਚੈਨਲ ਨੂੰ, ਵੀਡੀਓ ਨੂੰ ਲਾਈਕ ਕਰ ਦਿਓ ਅਗਰ ਵੀਡੀਓ ਪਸੰਦ ਆ ਰਹੀ ਹੈ ਤਾਂ। ਸੋ ਅਗਲਾ ਕੁਐਸਚਨ ਹੈ ਜੀ, ਪੰਜਾਬੀਆਂ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਕੀ ਹੈ। ਦੇਖੋ ਇਹ ਇੱਕ ਟਾਈਟਲ ਹੈ ਪੰਜਾਬੀਆਂ ਦੇ ਜੰਮਿਆਂ ਨੂੰ, ਤਾਂ ਇਹ ਇੱਕ ਕਹਾਵਤ ਹੈ ਰਾਜੇ, ਧਿਆਨ ਰੱਖਿਓ, ਇਹ ਇੱਕ ਕੀ ਹੈ, ਕਹਾਵਤ ਹੈ। ਹਾਂਜੀ, ਪੰਜਾਬ ਦੀ ਵੀਰਤਾ ਦਾ ਜ਼ਿਕਰ ਹੋਰ ਕਿੱਥੇ ਮਿਲਦਾ ਹੈ। ਇਹ ਪਹਿਰੇ ਦਾ ਕੁਐਸਚਨ ਹੈ, ਜਦੋਂ ਤੁਸੀਂ ਪਹਿਰਾ ਪੜੋਗੇ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਪੰਜਾਬ ਦੀ ਵੀਰਤਾ ਦਾ ਜ਼ਿਕਰ ਹੋਰ ਲੋਕ ਗੀਤਾਂ। ਆ ਦੇਖੋ, ਲੋਕ ਗੀਤਾਂ ਵਿੱਚ ਪੰਜਾਬੀਆਂ ਦੇ 11 ਵਰਿਆਂ ਤੋਂ ਤੁਸੀਂ ਆ ਰਹੀ ਪਰੰਪਰਾ, ਤਾਂ ਇੱਥੇ ਜ਼ਿਕਰ ਮਿਲਦਾ ਹੈ। ਕਿੱਥੇ ਦਿੱਤਾ ਸੀ। ਹਾਂਜੀ, ਕੁਐਸਚਨ ਤੇ ਚਲਦੇ ਹਾਂ ਹੁਣ ਆਪਾਂ ਵਾਪਸ। ਆ ਦੇਖੋ 43rd ਨਹੀਂ 44th ਸੀ। ਹਾਂਜੀ, ਤਾਂ ਇੱਥੇ ਆਨਸਰ ਤੁਹਾਡਾ ਸੀ ਰਾਈਟ ਮਿਲੇਗਾ ਲੋਕ ਗੀਤਾਂ ਦੇ ਵਿੱਚ। ਚਲੋ ਹੁਣ ਤੁਹਾਡਾ ਪਹਿਰਾ ਹੋ ਗਿਆ, ਹੁਣ ਆ ਜਾਓ ਕਵਿਤਾ ਭਾਗ ਤੇ। ਪੇਪਰ 2020 PSTET ਦੇ ਵਿੱਚ ਜੋ ਕਵਿਤਾ ਆਈ ਸੀ, ਬੱਚੇ ਕਹਿ ਰਹੇ ਸੀ ਬੜੀ ਟਫ ਹੈ ਜੀ। ਚਲੋ ਦੇਖ ਲੈਂਦੇ ਆ ਵੀ ਕਿੰਨੀ ਟਫ ਹੈ। ਸੋ ਕੁਐਸਚਨ ਤੁਸੀਂ ਇੱਥੇ ਫਿਰ ਕੀ ਕਰਨਾ ਹੈ, 45 ਤੋਂ 52 ਤੱਕ ਦੇ ਆਨਸਰ ਦੇਣੇ ਨੇ, ਪਰ ਉਸ ਤੋਂ ਪਹਿਲਾਂ ਆਪਾਂ ਕਵਿਤਾ ਪੜਾਂਗੇ। ਆ ਜਾਓ ਜੀ ਕਵਿਤਾ ਵਿੱਚ। ਹਾਂਜੀ, ਤੇਰੇ ਪਿਪਲਾਂ ਹੇਠ ਹੋਣ ਮੁੜ ਮੇਲੇ, ਤੇਰੇ ਅੰਬਾਂ ਉੱਤੇ ਪੀਆਂ ਉਲਰਦੀਆਂ ਕੁੜੀਆਂ ਨੇੜੇ ਮੁੜ ਖੇਡਣ, ਅਜੋਗ ਹੋ ਕੇ ਰਲ ਮਿਲ ਉਹਨਾਂ ਚੰਨੇ ਦੀਆਂ ਚਾਨਣੀਆਂ, ਕਿਰਕਿੱਲੀਆਂ ਪਾਣ ਰਲ ਮਿਲ ਕੇ ਖੇਡਣ ਛੱਪਣ ਲੁਕੀਆਂ, ਉਹ ਰਾਤਾਂ ਮੁੜ ਆਵਣ ਨਿਰਵੈਰ ਨਿਰਦੇਖ, ਪਵਿੱਤਰ ਅਬੋਝ ਬੈਲਮ ਨਿਸ਼ਪਾਪ ਸੋਹਣੀਆਂ ਸਵਾਦਲੀਆਂ। ਸੋ ਇਹ ਸਾਰੀ ਕਵਿਤਾ ਨੂੰ ਜੋ ਤੁਸੀਂ ਹੈ ਇੱਕ ਕੁਇਕ ਰੀਡਿੰਗ ਲੈ ਲੈਣੀ ਹੈ। ਫਿਰ ਇਸ ਤੋਂ ਬਾਅਦ ਆਪਾਂ ਹੁਣ ਪਹਿਲਾ ਕੁਐਸਚਨ ਇਸ ਦਾ ਦੇਖਦੇ ਹਾਂ ਕਿ ਇਹਨਾਂ ਕਾਵ ਸਤਰਾਂ ਦਾ ਕੇਂਦਰੀ ਵਿਸ਼ਾ ਕੀ ਹੈ। ਸਾਰੀ ਕਵਿਤਾ ਤੁਸੀਂ ਪੜ੍ਹ ਲੋਗੇ, ਫਿਰ ਤੁਹਾਨੂੰ ਪਤਾ ਲੱਗੇਗਾ ਕਿ 45 ਦਾ ਜੋ ਰਾਈਟ ਆਨਸਰ ਹੈ ਉਹ ਬਿਲਕੁਲ ਈਜ਼ੀ ਹੈ ਜੀ। ਰਾਈਟ ਆਨਸਰ ਹੈ ਇਸ ਦਾ ਸੀ। ਇਸ ਵਿੱਚ ਗੱਲ ਕੀਤੀ ਹੈ ਪੰਜਾਬ ਪਿਆਰ ਦੀ, ਪੰਜਾਬ ਪਿਆਰ ਦੀ ਗੱਲ ਕੀਤੀ ਹੈ। ਨੈਕਸਟ ਕੁਐਸਚਨ ਚ ਕੀ ਪੁੱਛਿਆ, ਇਹਨਾਂ ਕਾਵ ਸਤਰਾਂ ਵਿੱਚ ਪੰਜਾਬੀ ਦੀ ਕਿਹੜੀ ਲੋਕ ਖੇਡ ਦਾ ਉਲੇਖ ਕੀਤਾ ਗਿਆ ਹੈ। ਤਾਂ ਇਸ ਵਿੱਚ ਦੋ ਖੇਡਾਂ ਦਾ ਉਲੇਖ ਹੋਇਆ ਜੀ। ਇੱਕ ਤਾਂ ਹੋਈ ਹੈ ਲੁਕਣ ਮਿੱਟੀ, ਆ ਰਿਹਾ ਛੱਪਣ ਲੁਕੀਆਂ ਖੇਡਣ ਮਿੱਟੀ ਦੀ ਗੱਲ ਹੋਈ ਹੈ, ਤੇ ਕਿਰਕਿੱਲੀਆਂ ਯਾਨੀ ਜੋ ਹੈ ਕਿਕਲੀ ਦੀ ਗੱਲ ਹੋਈ ਹੈ। ਤਾਂ ਆ ਦੇਖੋ ਕਿਕਲੀ ਤੇ B ਤੇ C, ਯਾਨੀ ਡੀ ਆਪਸ਼ਨ ਰਾਈਟ ਹੈ, B ਤੇ C ਦੋਵੇਂ। ਅੱਗੇ ਹੈ ਤਾਰੇ ਰੋਸ਼ਨੀਆਂ ਦੀਵੇ ਸੋਹਣੀਆਂ ਮੁਟਿਆਰਾਂ, ਇਹ ਕੀ ਪੁੱਛਿਆ ਇਹ ਆਪਸ਼ਨਾਂ ਦੇ ਕੇ। ਉੱਪਰ ਚੰਨ ਹੇਠ ਚੰਨੀਆਂ, ਕਾਵ ਸਤਰਾਂ ਵਿੱਚ ਚੁੰਨੀਆਂ, ਸੌਰੀ ਚੁੰਨੀਆਂ ਨਹੀਂ ਆਏਗਾ, ਇਹਨਾਂ ਨੇ ਪੁੱਛਿਆ ਚੰਨੀਆਂ ਤੋਂ ਕੀ ਭਾਵ ਹੈ। ਚੰਨੀਆਂ, ਚੁੰਨੀਆਂ ਨਹੀਂ ਚੰਨੀਆਂ। ਉੱਪਰ ਚੰਨ ਹੇਠ ਚੰਨੀਆਂ, ਵੀ ਚੰਨ ਦੇ ਹੇਠ ਜਿਹੜੀਆਂ ਚੰਨੀਆਂ ਨੇ ਉਹ ਕੀ ਨੇ, ਤਾਂ ਉਹ ਰਾਈਟ ਆਨਸਰ ਹੈ ਜੀ ਸੋਹਣੀਆਂ ਮੁਟਿਆਰਾਂ। ਸੋਹਣੀਆਂ ਮੁਟਿਆਰਾਂ। ਇਹ ਦੇਖੋ ਚੰਨੀਆਂ ਕਿੱਥੇ ਪਿਆ ਜੀ, ਲੱਭੋ ਪਹਿਲਾਂ ਚੰਨੀਆਂ ਸ਼ਬਦ ਲੱਭੋ ਕਿੱਥੇ ਦਿੱਤਾ ਹੋਇਆ ਹੈ। ਹਾਂਜੀ, ਇਹ ਚਾਨਣੀ ਹੈ ਰਾਜੇ, ਚੰਨੀਆਂ ਨਹੀਂ ਹੈ, ਚਾਨਣੀ ਹੈ। ਆ ਰਿਹਾ ਜੀ, ਉੱਪਰ ਚੰਨ ਹੇਠ ਚੰਨੀਆਂ ਬੇਨ ਤੇ ਬੰਨੀਆਂ, ਠੀਕ ਹੈ। ਮਤਲਬ ਜਿਹੜੀਆਂ ਉੱਪਰ ਚੰਨ ਹੈ ਤਾਂ ਥੱਲੇ ਚਾਨੀਆਂ, ਯਾਨੀ ਸੋਹਣੀਆਂ ਮੁਟਿਆਰਾਂ ਦੀ ਗੱਲ ਕੀਤੀ ਹੈ ਵੀ ਉਹ ਤਾਰਿਆਂ ਦੀ ਛਾਂ ਕੀ ਹੈ ਬੈਠਦੀਆਂ ਨੇ, ਤਾਂ ਸੋਹਣੀਆਂ ਮੁਟਿਆਰਾਂ ਦੀ ਗੱਲ ਕੀਤੀ ਹੋਈ ਹੈ। ਤਾਂ ਚੰਨੀਆਂ ਕਿਸ ਨੂੰ ਕਹਿ ਕੇ ਸੰਬੋਧਿਤ ਕੀਤਾ ਹੋਇਆ, ਸੋਹਣੀਆਂ ਮੁਟਿਆਰਾਂ ਨੂੰ ਕਹਿ ਕੇ ਜੋ ਹੈ ਸੰਬੋਧਿਤ ਕੀਤਾ ਹੋਇਆ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਇਹ ਕਾਵ ਸਤਰਾਂ ਪੁਰਾਣੇ ਪੰਜਾਬ ਦੀ ਕਿਸ ਚੀਜ਼ ਨਾਲ ਸੰਬੰਧਿਤ ਨੇ। ਜੇ ਤੁਸੀਂ ਸਾਰੀ ਕਵਿਤਾ ਪੜ੍ਹ ਲੋਗੇ ਤਾਂ ਤੁਸੀਂ ਜਦੋਂ ਨਿਚੋੜ ਕੱਢੋਗੇ ਕਿ ਪੰਜਾਬ ਪਿਆਰ ਦੀ ਗੱਲ ਕੀਤੀ ਹੋਈ ਹੈ, ਤਾਂ ਇਸ ਦਾ ਤੁਹਾਨੂੰ ਇਹ ਵੀ ਚੀਜ਼ ਜੋ ਹੈ ਪਤਾ ਲੱਗ ਜਾਏਗੀ ਕਿ ਇਹ ਪੰਜਾਬ ਪਿਆਰ ਦੀ ਕਿਹੜੀ ਗੱਲ ਕੀਤੀ ਹੈ, ਸੱਭਿਆਚਾਰ ਦੀ, ਠੀਕ ਹੈ, ਸੱਭਿਆਚਾਰ ਦੀ ਰਾਜੇ ਇੱਥੇ ਗੱਲ ਹੋਈ ਹੈ। 49th ਲੋ ਜੀ, ਹੁਣ ਗ੍ਰਾਮਰ ਦੇ ਕੁਐਸਚਨ ਆ ਕੇ ਕਹਿ ਰਹੇ ਨਿਰ ਅਗੇਤਰ ਨਾਲ ਇਹਨਾਂ ਵਿੱਚੋਂ ਕਿਹੜਾ ਸ਼ਬਦ ਨਹੀਂ ਬਣਿਆ ਹੋਇਆ। ਤਾਂ ਇਹ ਜਿਹੜਾ ਨਹੀਂ ਸ਼ਬਦ ਹੈ ਇਹ ਬੱਚੇ ਮਿਸ ਕਰ ਦਿੰਦੇ ਨੇ, ਆਪਾਂ ਨਹੀਂ ਕਰਨਾ। ਆਪਣੀ ਕਲਾਸ ਵਿੱਚ ਇਹੋ ਜੀ ਗਲਤੀ ਬਿਲਕੁਲ ਵੀ ਨਹੀਂ ਕਰਨੀ। ਕੁਐਸਚਨ ਨੂੰ ਟਾਈਮ ਦੇਣਾ ਹੈ, ਚਾਹੇ 1-2 ਮਿੰਟ ਦਿਓ, ਠੀਕ ਹੈ, ਬਿਲਕੁਲ ਧਿਆਨ ਨਾਲ ਪੜ੍ਹਨਾ। ਨਿਰ ਅਗੇਤਰ ਨਾਲ ਇਹਨਾਂ ਚੋਂ ਕਿਹੜਾ ਸ਼ਬਦ ਨਹੀਂ ਬਣਿਆ ਹੋਇਆ, ਤਾਂ ਨਿਰਵੈਰ, ਨਿਰਦੇਖ, ਨਿਰਭਉ, ਨਿਰਦੋਸ਼। ਹਾਂਜੀ, ਜਲਦੀ ਇਸ ਦਾ ਆਨਸਰ ਦਿਓ 49 ਦਾ। ਹਾਂਜੀ, ਬਿਲਕੁਲ ਡੀ ਆਪਸ਼ਨ ਸਹੀ ਹੈ, ਕਿਉਂਕਿ ਇਹਨਾਂ ਨੇ ਕੀ ਪੁੱਛਿਆ, ਨਹੀਂ ਬਣਿਆ ਹੋਇਆ, ਤਾਂ ਇਹ ਸ਼ਬਦ ਕੋਈ ਵੀ ਨਹੀਂ ਹੁੰਦਾ ਨਿਰ ਨਾਲ। ਬਾਕੀ ਦੇਖੋ ਬਾਕੀਆਂ ਨਾਲ ਨਿਰ ਲੱਗਿਆ ਹੋਇਆ, ਇਸ ਨਾਲ ਨਹੀਂ ਲੱਗਿਆ ਹੋਇਆ, ਤੇ ਆਪਸ਼ਨ ਗਲਤ ਜੋ ਹੈ ਸਹੀ ਹੈ, ਗਲਤ ਦੇ ਹਿਸਾਬ ਨਾਲ ਸਹੀ ਹੈ। ਹਾਂਜੀ, ਅੱਗੇ ਹੈ ਨੈਕਸਟ ਕੁਐਸਚਨ। ਲੋ, ਕਵੀ ਨੇ ਕਿਸ ਹੇਠ ਮੇਲਿਆਂ ਦੀ ਗੱਲ ਕੀਤੀ ਹੈ, ਕਿਸ ਹੇਠ ਮੇਲਿਆਂ ਦੀ ਗੱਲ ਕੀਤੀ ਹੈ। ਤਾਂ ਇਸ ਲਈ ਪਹਿਲਾਂ ਆਪਾਂ ਨੂੰ ਕੀ ਹੈ ਜੀ, ਪੜ੍ਹਨਾ ਪਏਗਾ ਕਵਿਤਾ ਭਾਗ, ਆਪਾਂ ਨੂੰ ਜੋ ਹੈ ਪੜ੍ਹਨਾ ਪਏਗਾ ਕਿਸ ਹੇਠ ਮੇਲਿਆਂ ਦੀ ਗੱਲ ਕੀਤੀ ਗਈ ਹੈ। ਤਾਂ ਦੇਖੋ ਹੇਠਾਂ ਕਿੱਥੇ ਦਿੱਤਾ ਹੋਇਆ ਵੀ,
ਹਾਂਜੀ ਆ ਦੇਖੋ ਮੇਲੇ ਲੱਗੇ ਨਾ, ਆ ਲਿਖਿਆ ਮੇਲੇ, ਪਹਿਲੀ ਲਾਈਨ ਹੀ ਤੇਰੇ ਪਿਪਲਾਂ ਹੇਠ ਹੋਣ ਮੇਲੇ। ਲਓ ਜੀ ਆਂਸਰ ਆਪਾਂ ਨੂੰ ਪਹਿਲੀ ਲਾਈਨ ਵਿੱਚ ਹੀ ਮਿਲ ਗਿਆ। ਸੋ ਝੱਟ ਜੋ ਹੈ ਆਪਾਂ ਪਹੁੰਚ ਜਾਣਾ ਆਂਸਰ ਤੇ ਇੱਥੇ ਰਾਈਟ ਆਂਸਰ ਤੁਹਾਡਾ ਕੀ ਆਏਗਾ? ਬੀ, ਪਿਪਲਾਂ ਹੇਠ ਮੇਲਿਆਂ ਦੀ ਗੱਲ ਕੀਤੀ ਗਈ ਹੈ। ਬੀ ਆਪਸ਼ਨ ਰਾਈਟ ਹੈ। ਹੁਣ ਆ ਜਾਓ ਕੁਝ ਹੋਰ ਕੁਐਸਚਨਸ ਤੇ। ਕਵੀ ਕਿਹੜੀਆਂ ਰਾਤਾਂ ਨੂੰ ਆਵਾਜ਼ਾਂ ਨਹੀਂ ਮਾਰਦਾ? ਕਵੀ ਕਿਹੜੀਆਂ ਰਾਤਾਂ ਨੂੰ ਆਵਾਜ਼ਾਂ ਹੋਰ ਨਹੀਂ ਮਾਰਦਾ? ਲਓ ਜੀ ਰਾਤਾਂ ਲੱਭੋ। ਹੁਣ ਕਿੱਥੇ ਗੱਲ ਕੀਤੀ ਗਈ ਹੈ? ਸ਼ਬਦ ਵਿੱਚੋਂ ਲੱਭ ਲੈਣੇ ਆਪਾਂ। ਆ ਦੇਖੋ, ਉਹ ਰਾਤਾਂ ਮੁੜ ਆਵਣ ਨਿਰਵੈਰ ਨਿਰਦੇਖ ਪਵਿੱਤਰ। ਮਤਲਬ ਇਹ ਵਾਲੀਆਂ ਤਾਂ ਰਾਤਾਂ ਆਉਣ, ਨਿਰਵੈਰ ਆਵੇ, ਨਿਰਦੇਖ ਆਵੇ ਤੇ ਪਵਿੱਤਰ ਆਵੇ, ਕਿਹੜੀ ਨਾ ਆਵੇ? ਹੁਣ ਤੁਹਾਨੂੰ ਦੇਖਣਾ ਪਏਗਾ ਆਂਸਰ। ਦੇਖੋ ਨਿਰਵੈਰ ਦੀ ਗੱਲ ਕੀਤੀ ਸੀ, ਨਿਰਦੇਖ ਦੀ ਵੀ ਕੀਤੀ ਸੀ, ਪਵਿੱਤਰ ਦੀ ਵੀ ਕੀਤੀ ਸੀ। ਜ਼ੁਲਮ ਭਰੀਆਂ ਨਾ ਆਉਣ, ਇਸ ਦੀ ਗੱਲ ਨਹੀਂ ਕੀਤੀ ਹੋਈ। ਹਾਲਾਂਕਿ ਕਵਿਤਾ ਵਿੱਚ ਇਹ ਨਹੀਂ ਦੱਸਿਆ ਗਿਆ ਵੀ ਕਿਹੜੀਆਂ ਰਾਤਾਂ ਨਾ ਆਉਣ, ਪਰ ਇਹ ਦਿੱਤਾ ਹੀ ਨਹੀਂ ਹੋਇਆ ਜ਼ੁਲਮ ਭਰਿਆ। ਬਾਕੀ ਕਹਿੰਦਾ ਸੀ ਵੀ ਆਉਣ। ਠੀਕ ਹੈ, ਸੋ ਇਹ ਆਪਸ਼ਨਾਂ ਤੁਹਾਡੀਆਂ ਗਲਤ ਹੋਣੀਆਂ। ਕੁਐਸਚਨ ਦੇ ਹਿਸਾਬ ਨਾਲ ਸੀ ਰਾਈਟ ਆਏਗੀ। ਹਾਂਜੀ ਨੈਕਸਟ ਕੁਐਸਚਨ ਹੈ, ਕਵੀ ਕਿਹੜੀਆਂ ਖਿੱਚਾਂ ਖਿਲੀਆਂ ਪੁਰਾਣੀਆਂ ਦੀ ਆਉਣ ਦੀ ਗੱਲ ਕਰਦਾ ਹੈ? ਕਿਹੜੀਆਂ ਖਿੱਚਾਂ ਖਿਲੀਆਂ ਪੁਰਾਣੀਆਂ ਦੀ ਆਉਣ ਦੀ ਗੱਲ ਕਰਦਾ ਹੈ? ਤੁਹਾਨੂੰ ਇਹ ਲਾਸਟ ਕੁਐਸਚਨ ਹੈ ਕਵਿਤਾ ਭਾਗ ਦਾ, ਸੋ ਫਿਰ ਕਵਿਤਾ ਪੜ੍ਹਨੀ ਪਏਗੀ। ਚਲੋ ਕੁਐਸਚਨ ਪੜ੍ਹ ਲਿਆ ਚੰਗੀ ਤਰ੍ਹਾਂ, ਹੁਣ ਚੱਲਦੇ ਹਾਂ ਆਪਾਂ ਪਿੱਛੇ। ਖਿੱਚਾਂ ਖਿਲੀਆਂ ਦੀ ਹੁਣ ਜੋ ਹੈ ਆ ਪਈਆਂ ਜੀ, ਖਿੱਚਾਂ ਖਿਲੀਆਂ ਪੁਰਾਣੀ ਕਿਹੜੀਆਂ? ਨੱਚ ਨੱਚ, ਥਮ ਥਮ, ਥਮ ਥਮ, ਆਖਰ ਆਵਣ ਮੁੜ ਉਹ, ਖਿੱਚਾਂ ਖਿਲੀਆਂ ਪੁਰਾਣੀਆਂ, ਤ੍ਰਿੰਜਣਾ ਵਿੱਚ ਮੁੜ ਗਾਣ ਕੁੜੀਆਂ, ਆਪੇ ਜਿਹੀਆਂ ਸਭ ਇੱਕ ਥਾਂ ਇਕੱਠੀਆਂ, ਇੱਕ ਚਾਹ ਵਾਲੀਆਂ, ਦਿਲਾਂ ਤੇ ਭੇਦ ਸਾਰੇ ਵਾਲੀਆਂ। ਤੋ ਆਪਾਂ ਕਵਿਤਾ ਪੜ੍ਹ ਲਈ, ਹੁਣ ਆਪਾਂ ਆਵਾਂਗੇ ਕੁਐਸਚਨ ਤੇ। ਦੇਖੋ ਕਿਹੜੀਆਂ ਖਿੱਚਾਂ ਖਿਲੀਆਂ ਪੁਰਾਣੀਆਂ ਦੀ ਆਉਣ ਦੀ ਗੱਲ ਕਰਦਾ ਹੈ? ਨੱਚ ਨੱਚ ਆਏਗਾ ਰਾਜੇ, ਇੱਥੇ ਚੱਚਾ ਆਏਗਾ। ਠੀਕ ਹੈ, ਹਾਂਜੀ ਇੱਥੇ ਕੀ ਆਏਗਾ? ਚੱਚਾ। ਇੱਕ ਸੈਕਿੰਡ, ਇੱਥੇ ਚੱਚਾ ਆਏਗਾ। ਨੱਚ ਨੱਚ, ਧਮ ਧਮ, ਥਮ ਥਮ, ਸਾਰਿਆਂ ਦੀ ਗੱਲ ਕੀਤੀ। ਆਪਸ਼ਨ ਕੀ ਆਏਗੀ ਤੁਹਾਡੀ ਸਹੀ? ਡੀ। ਹੁਣ ਆ ਜਾਓ ਨੈਕਸਟ ਕੁਐਸਚਨ ਤੇ। ਟਕਸਾਲੀ ਬੋਲੀ ਕਿਸ ਨੂੰ ਕਿਹਾ ਜਾਂਦਾ ਹੈ? ਹਾਂਜੀ ਕਲਾਸ ਦੇ ਵਿੱਚ ਮੈਂ ਬਹੁਤ ਵਾਰ ਦੱਸਿਆ, ਟਕਸਾਲੀ ਬੋਲੀ ਕਿਸ ਨੂੰ ਕਿਹਾ ਜਾਂਦਾ ਹੈ? ਜਿਹੜੀ ਸਰਕਾਰੀ ਕੰਮਕਾਜ ਲਈ ਵਰਤੀ ਜਾਂਦੀ, ਜਿਵੇਂ ਤੁਹਾਡੀਆਂ ਅਖਬਾਰਾਂ, ਕਿਤਾਬਾਂ। ਠੀਕ ਹੈ, ਸਰਕਾਰੀ ਕੰਮਕਾਜ ਵਿੱਚ ਜੋ ਆਮ ਚਾਲ ਦੀ ਬੋਲੀ ਵਰਤੀ ਜਾਂਦੀ ਨਹੀਂ, ਇਹ ਆਪਸ਼ਨ ਤਾਂ ਗਲਤ ਹੈ ਜੀ। ਜੋ ਕਿਸੇ ਖਾਸ ਇਲਾਕੇ ਵਿੱਚ ਬੋਲੀ ਜਾਂਦੀ ਹੈ, ਨਹੀਂ। ਜੋ ਰਾਜਨੀਤੀ ਵਿੱਚ ਬੋਲੀ ਜਾਂਦੀ ਹੈ, ਨਹੀਂ। ਜਿਸ ਦੀ ਵਰਤੋਂ ਸਰਕਾਰੀ ਕੰਮਕਾਜ, ਹਾਂਜੀ ਆ ਹੈ ਜੀ ਇਸ ਦੀ ਪ੍ਰੋਪਰ ਡੈਫੀਨੇਸ਼ਨ। ਡੀ ਆਪਸ਼ਨ ਰਾਈਟ ਹੈ ਜੀ। ਅੱਗੇ ਹੈ ਕਿਹੜਾ ਸ਼ਬਦ ਸ਼ੁੱਧ ਹੈ? ਦੇਖੋ ਇਹਨਾਂ ਵਿੱਚ ਮਾਤਰਾ ਦੀ ਕਿਸ ਵਿੱਚ ਗਲਤੀ ਹੈ, ਉਹ ਨਹੀਂ ਲਗਾਉਣਾ। ਜਿਹੜਾ ਸਹੀ ਹੈ ਬਿਲਕੁਲ ਉਹੀ ਚੁਣਨਾ ਹੈ। ਹਾਂਜੀ 54 ਦਾ ਕਿਹੜਾ? ਏ ਬਿਲਕੁਲ ਸਹੀ ਹੈ। ਪੱਪੇ ਨੂੰ ਰਾਰਾ, ਕੰਨਾ ਕੱਕੇ ਨੂੰ ਸਿਆਰੀ, ਰਾਰਾ ਤੱਤੇ ਨੂੰ ਬਿਆਰੀ। ਇਹ ਨੋਟ ਕਰ ਲਓ, ਕਈ ਵਾਰ ਕੁਐਸਚਨ ਰਿਪੀਟ ਹੋ ਜਾਂਦਾ ਹੈ। ਹਾਂਜੀ ਸੈਕਿੰਡ ਪ੍ਰਕਿਰਤੀ ਬਣ ਜਾਂਦਾ, ਸਹੀ ਹੁੰਦਾ ਪ੍ਰਕਿਰਤੀ। ਠੀਕ ਹੈ, ਅਗਲਾ ਕੁਐਸਚਨ ਹੈ, ਸੱਪ ਦੇ ਮੂੰਹ ਤੇ ਪਿਆਰ ਦੇਣਾ ਇੱਕ ਮੁਹਾਵਰਾ ਹੈ ਜੀ। ਸੋ ਇਸ ਦਾ ਕੀ ਅਰਥ ਹੈ? ਵੈਸੇ ਇਸ ਦਾ ਅਰਥ ਹੈ ਜੀ ਜਿੰਨਾ ਮਰਜ਼ੀ ਸੱਪ ਨੂੰ ਦੁੱਧ ਪਿਆ ਲਓ, ਉਹ ਡੰਗ ਮਾਰਦਾ ਹੈ। ਸੋ ਇਸ ਦਾ ਅਰਥ ਕੀ ਹੈ? ਦੁਸ਼ਮਣਾਂ ਨੂੰ ਪਾਲਣਾ, ਮੁਸੀਬਤ ਛੇੜਨਾ, ਦੁਸ਼ਮਣ ਨਾਲ ਨੇਕੀ ਕਰਨਾ, ਜਾਂ ਕੋਈ ਨਹੀਂ। ਤਾਂ ਬਿਲਕੁਲ ਈਜ਼ੀ ਹੈ ਜੀ, ਬੀ ਆਪਸ਼ਨ, ਮੁਸੀਬਤ ਛੇੜਨਾ। ਅਗਲਾ ਹੈ ਜੀ ਕਿਹੜਾ ਸ਼ਬਦ? ਅੱਛਾ ਹੋ ਗਿਆ ਸੀ। ਹਾਂਜੀ ਨੈਕਸਟ ਕੁਐਸਚਨ ਹੈ, ਸਿੱਖਣਾ ਵਿਵਹਾਰ ਨੂੰ ਸੌਂਪਣਾ ਹੈ। ਪੈਡਾਗੋਜੀ ਦਾ ਕੁਐਸਚਨ ਆ ਗਿਆ ਜੀ। ਇੱਕ ਕਹਿ ਸਕਦੇ ਹੋ ਕੋਟੇਸ਼ਨ ਦਿੱਤੀ ਹੋਈ ਹੈ, ਕਿਸੇ ਬੰਦੇ ਦੇ ਵਿਚਾਰ ਦਿੱਤੇ ਹੋਏ ਨੇ ਕਿ ਸਿੱਖਣਾ ਕੀ ਹੈ? ਵਿਵਹਾਰ ਨੂੰ ਸੌਂਪ ਦੇਣਾ ਹੈ। ਤਾਂ ਇਹ ਗੱਲ ਕਿਸ ਨੇ ਕਹੀ ਸੀ? ਵੁੱਡਵਰਥ ਆਏਗਾ ਰਾਜੇ ਇੱਥੇ। ਵੁੱਡਵਰਥ ਨੇ ਕਹੀ ਸੀ, ਮਨ ਨੇ ਕਹੀ ਸੀ, ਜਾਂ ਮਾਨ ਨੇ ਕਹੀ ਸੀ, ਗੇਟਸ ਨੇ ਕਹੀ ਸੀ, ਜਾਂ ਮਹਾਤਮਾ ਗਾਂਧੀ ਨੇ ਕਹੀ ਸੀ? ਤਾਂ 56 ਦਾ ਰਾਈਟ ਹੈ ਜੀ, ਮਾਨ ਨੇ ਕਹੀ ਸੀ। ਠੀਕ ਹੈ ਜੀ। ਅਗਲਾ ਕੁਐਸਚਨ ਹੈ, ਮੌਨ ਵਾਚਕ। ਮੌਨ ਕੀ ਹੁੰਦਾ ਹੈ? ਮਨ ਦੇ ਵਿੱਚ ਬੋਲਣਾ, ਮਨ ਦੇ ਵਿੱਚ ਯਾਨੀ ਪੜ੍ਹਨਾ ਕਹਿ ਸਕਦੇ ਹੋ। ਆਪਾਂ ਕਹਿੰਦੇ ਚੁੱਪ ਕਰਕੇ ਪੜ੍ਹ, ਸ਼ੋਰ ਨਾ ਕਰ। ਲਾਇਬ੍ਰੇਰੀ ਦੇ ਵਿੱਚ ਕਰਦੇ ਆ ਨਾ, ਉਹ ਕੀ ਕਰਦੇ ਆ? ਮੌਨ ਵਾਚਕ, ਮਨ ਦੇ ਵਿੱਚ ਪੜ੍ਹਦੇ ਆ। ਸੋ ਆਪਸ਼ਨ ਕਿਹੜੀ ਰਾਈਟ ਹੋਏਗੀ? ਬੀ, ਮਨ ਹੀ ਮਨ ਵਿੱਚ ਬਿਨਾਂ ਆਵਾਜ਼ ਕੀਤੇ ਅਰਥ ਗ੍ਰਹਿਣ ਦੀ ਪ੍ਰਕਿਰਿਆ। ਚਲੋ ਅਗਲਾ ਦੇਖ ਦਿੰਦੇ ਆ। ਬੱਚਾ ਵਾਤਾਵਰਣ ਤੋਂ ਭਾਸ਼ਾ ਸਿੱਖਦਾ ਹੈ। ਕੋਈ ਜੋ ਹੈ ਇਸ ਵਿੱਚ ਆਪਾਂ ਦੁਹਰਾਏ ਨਹੀਂ ਹੈ, ਕੋਈ ਸ਼ੱਕ ਨਹੀਂ ਹੈ, ਵਾਤਾਵਰਣ ਤੋਂ ਸਿੱਖਦਾ ਹੈ। ਪਰ ਕਿਵੇਂ? ਬੋਲ ਕੇ, ਦੇਖ ਕੇ, ਅਨੁਕਰਨ ਯਾਨੀ ਹੁੰਦਾ ਨਕਲ ਕਰਕੇ, ਜਾਂ ਅਨੁਭਵ ਐਕਸਪੀਰੀਅੰਸ ਕਰਕੇ। ਬੱਚਾ ਕਿਵੇਂ ਸਿੱਖਦਾ ਹੈ? ਤੁਹਾਡੀ ਥਿੰਕਿੰਗ ਕੀ ਕਹਿੰਦੀ ਹੈ, ਉਹ ਮਾਇਨੇ ਨਹੀਂ ਰੱਖਦੀ ਰਾਜੇ। ਜੋ ਕਿਤਾਬ ਵਿੱਚ ਦਿੱਤਾ ਹੈ ਉਹੀ ਸਹੀ ਹੈ। ਸੋ 58 ਦਾ ਜੋ ਰਾਈਟ ਆਂਸਰ ਹੈ ਉਹ ਹੈ ਸੀ, ਯਾਨੀ ਥਰਡ ਆਪਸ਼ਨ ਜੋ ਹੈ ਨਕਲ ਕਰਕੇ। ਤੁਸੀਂ ਨਿੱਕੇ ਬੱਚੇ ਨੂੰ ਦੇਖੋ, ਜਿੱਦਾਂ ਤੁਸੀਂ ਨਕਲ ਕਰੋਗੇ
ਯਾਨੀ ਬੋਲੋਗੇ ਉਦੋਂ ਉਹ ਨਕਲ ਕਰੇਗਾ। ਤਾਂ ਕਹਿੰਦੇ ਆ ਜੀ ਬੱਚੇ ਅੱਗੇ ਹਮੇਸ਼ਾ ਸਹੀ ਬੋਲਣਾ ਚਾਹੀਦਾ ਹੈ, ਬੁਰੇ ਸ਼ਬਦ ਨਹੀਂ ਯੂਜ਼ ਕਰਨੇ ਚਾਹੀਦੇ। ਤੁਸੀਂ ਜੋ ਕਹੋਗੇ ਉਹੀ ਉਹ ਕਾਪੀ ਕੇ ਪੇਸਟ ਕਰੇਗਾ। ਤਾਂ ਆਪਾਂ ਜਦੋਂ ਰਿਸ਼ਤੇਦਾਰਾਂ ਦੇ ਬੱਚੇ ਆਉਂਦੇ ਆਪਾਂ ਕਹਿੰਦੇ ਇਹ ਇੰਨਾ ਬੋਲਣਾ ਕਿੱਥੋਂ ਸਿੱਖ ਗਿਆ, ਅਸੀਂ ਤਾਂ ਨਹੀਂ ਸਿਖਾਇਆ ਨਾ ਜੀ। ਬੱਚੇ ਦੇ ਵਿੱਚ ਉਹ ਖਾਲੀ ਦਿਮਾਗ ਹੁੰਦਾ, ਡਾਟਾ ਉਸ ਕੋਲ ਉਹਨੇ ਗੇਨ ਕਰਨਾ ਹੁੰਦਾ, ਸੋ ਕਰਦਾ ਰਹਿੰਦਾ। ਉਹ ਟੇਪ ਰਿਕਾਰਡਰ ਹੁੰਦਾ, ਜੋ ਤੁਹਾਨੂੰ ਦੇਖੇਗਾ ਆਟੋਮੈਟਿਕ ਉਸ ਦੇ ਵਿੱਚ ਉਹ ਚੀਜ਼ਾਂ ਇਨਪੁਟ ਹੁੰਦੀਆਂ ਰਹਿੰਦੀਆਂ ਨੇ। ਫਿਰ ਭਾਵੇਂ ਤੁਸੀਂ ਉਸ ਨੂੰ ਸਿਖਾਇਆ ਭਾਵੇਂ ਨਹੀਂ ਸਿਖਾਇਆ, ਸੋ ਘਰ ਦਾ ਮਾਹੌਲ ਡਿਸਾਈਡ ਕਰਦਾ ਹੈ ਵੀ ਬੱਚਾ ਕਿਸ ਤਰ੍ਹਾਂ ਦਾ ਜੋ ਹੈ ਬਿਹੇਵੀਅਰ ਲੈ ਕੇ ਵੱਡਾ ਹੋਏਗਾ। ਸੋ ਅਗਲਾ ਕੁਐਸਚਨ ਹੈ, ਭਾਸ਼ਾ ਵਿੱਚ ਬੋਲਚਾਲ ਦਾ ਸਿਧਾਂਤ ਦਾ ਭਾਵ ਹੈ। ਅਗਰ ਭਾਸ਼ਾ ਲੈਂਗੁਏਜ ਦੀ ਗੱਲ ਕੀਤੀ ਜਾਵੇ ਤਾਂ ਮੈਂ ਬੋਲਚਾਲ ਦਾ ਜੋ ਸਿਧਾਂਤ ਹੈ ਉਹ ਕੀ ਕਹਿੰਦਾ ਹੈ, ਬੱਚਾ ਉਹੀ ਪਾਠ ਕਰੋ, ਅਧਿਆਪਕ ਬੋਲ ਕੇ ਪੜ੍ਹਾਵੇ, ਸਾਰੀ ਸ਼੍ਰੇਣੀ ਆਪਸ ਵਿੱਚ ਬੋਲਚਾਲ ਕਰੇ, ਜਾਂ ਬੱਚੇ ਨੂੰ ਬੋਲਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾਣ। ਤਾਂ ਬੋਲਚਾਲ ਦਾ ਸਿਧਾਂਤ ਕੀ ਹੈ ਕਿ ਬੱਚੇ ਨੂੰ ਬੋਲਣਾ ਸਿਖਾਉਣਾ ਹੈ ਤਾਂ ਕੀ ਚੀਜ਼ ਫੋਲੋ ਹੋਣੀ ਚਾਹੀਦੀ ਹੈ। ਤਾਂ ਆਪਸ਼ਨ ਹੈ ਜੀ ਡੀ, ਬੱਚੇ ਨੂੰ ਜੋ ਮੌਕੇ ਨੇ ਰਾਜੇ ਉਹ ਜ਼ਿਆਦਾ ਤੋਂ ਜ਼ਿਆਦਾ ਦਿਓ। ਅਗਰ ਬੱਚੇ ਨੂੰ ਮੌਕਾ ਹੀ ਨਹੀਂ ਮਿਲਿਆ, ਇਹ ਨਾ ਹੋਵੇ ਤੁਸੀਂ ਲਾਸਟ ਤੇ ਬੈਠੇ ਨਲਾਇਕ ਬੱਚੇ ਨੂੰ ਵਾਰ-ਵਾਰ ਤੁਸੀਂ ਪੁੱਛੀ ਰੱਖਿਆ, ਉਹ ਤਾਂ ਹੁਸ਼ਿਆਰ ਹੋ ਗਿਆ, ਪਰ ਜਿਹੜਾ ਫਸਟ ਬੈਂਚਰ ਸੀ ਹੁਸ਼ਿਆਰ ਸੀ ਉਸਨੂੰ ਤੁਸੀਂ ਕਦੇ ਮੌਕਾ ਹੀ ਨਹੀਂ ਦਿੱਤਾ, ਉਹ ਨਲਾਇਕ ਹੋ ਜਾਏਗਾ। ਸੋ ਮੌਕਾ ਦੇਣਾ ਚਾਹੀਦਾ ਵੱਧ ਤੋਂ ਵੱਧ, ਠੀਕ ਹੈ। ਅੱਗੇ ਹੈ ਭਾਸ਼ਾ ਦੇ ਸੁਣਨ ਕੌਸ਼ਲ ਤੋਂ ਭਾਵ ਹੈ। ਭਾਸ਼ਾ ਦਾ ਫਿਰ ਉਹੀ ਗੱਲ, ਅੱਛਾ ਸੁਣਕ ਆਪਾਂ ਪਹਿਲਾਂ ਵੀ ਕੁਐਸਚਨ ਕਰ ਚੁੱਕੇ ਹਾਂ। ਸੋ ਐਗਜ਼ਾਮ ਦੇ ਵਿੱਚ ਕੁਐਸਚਨ ਦੇਖੋ ਰਿਪੀਟ ਹੋ ਰਹੇ ਨੇ, ਵਾਰ-ਵਾਰ ਉਹੀ ਕੁਐਸਚਨ ਰਿਪੀਟ ਹੋ ਰਹੇ ਹੈ, ਪਰ ਉਹਨਾਂ ਦੇ ਜੋ ਸੈਂਸ ਹੈ, ਪੁੱਛਣ ਦਾ ਜੋ ਤਰੀਕਾ ਹੈ ਉਹ ਬਦਲਿਆ ਗਿਆ ਹੈ। ਸੋ ਕੀ ਹੈ ਅੱਛਾ ਸੁਣਕ, ਸੁਣਨਾ, ਸੁਣਨ ਹੁੰਦਾ ਹੈ ਅੱਛਾ ਸੁਣਨਾ। ਇਹ ਤਾਂ ਸੁਣਕ ਵੀ ਲਿਖਿਆ ਹੋਇਆ, ਪਹਿਲਾਂ ਆਪਾਂ ਜਦੋਂ ਪਹਿਲਾਂ ਪੜ੍ਹਿਆ ਸੀ ਉਦੋਂ ਕੀ ਪੜ੍ਹਿਆ ਸੀ, ਸੁਣਕ, ਇਹ ਵੀ ਲਿਖਿਆ ਹੋ ਸਕਦਾ, ਸੋ ਕਨਫਿਊਜ਼ ਨਾ ਹੋਇਓ, ਠੀਕ ਹੈ। ਭਾਸ਼ਾ ਦੇ ਸੁਣਨ ਕੌਸ਼ਲ ਤੋਂ ਭਾਵ ਹੈ ਭਾਸ਼ਾ ਨੂੰ ਸੁਣਨਾ, ਭਾਸ਼ਾ ਨੂੰ ਸਮਝਣਾ, ਸੁਣ ਕੇ ਵਿਚਾਰ ਤੇ ਭਾਵਾਂ ਨੂੰ ਗ੍ਰਹਿਣ ਕਰਨਾ ਜਾਂ ਅਰਥ ਗ੍ਰਹਿਣ ਕਰਨੇ। ਸੋ 60 ਦਾ ਰਾਈਟ ਆਨਸਰ ਹੈ ਜੀ। ਮੈਂ ਪਹਿਲਾਂ ਕੀ ਦੱਸਿਆ ਸੀ, ਸੁਣ ਕੇ ਅੱਛੀ ਤਰ੍ਹਾਂ ਸਮਝਣਾ, ਸੋ ਆਪਸ਼ਨ ਰਾਈਟ ਬਣੇਗੀ ਸੀ, ਸੁਣ ਕੇ ਵਿਚਾਰਾਂ ਤੇ ਭਾਵਾਂ ਨੂੰ ਗ੍ਰਹਿਣ ਕਰਨਾ। ਜਦੋਂ ਗ੍ਰਹਿਣ ਕਰ ਲਿਆ ਮਤਲਬ ਕੀ ਹੋਇਆ, ਉਸਨੇ ਚੰਗੀ ਤਰ੍ਹਾਂ ਉਸਨੂੰ ਸਮਝ ਲਿਆ, ਆਪਣੇ ਦਿਮਾਗ ਵਿੱਚ ਬਿਠਾ ਲਿਆ। ਚਲੋ ਇਹ ਆਨਸਰ ਕੀ ਹੈ ਜੀ। ਹੁਣ ਲਾਸਟ ਤੇ ਤੁਹਾਨੂੰ ਫਿਰ ਕੁਝ ਲਿੰਕ ਦਿੱਤੇ ਹੋਏ ਨੇ, ਇਹ ਸਾਡੇ YouTube ਦਾ ਜੀ ਜੋ ਅਫੀਸ਼ੀਅਲ ਪੇਜ ਹੈ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਇਸ ਤੋਂ ਇਲਾਵਾ ਨੀਚੇ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਸਾਡੇ ਇੰਸਟਾਗ੍ਰਾਮ, ਫੇਸਬੁੱਕ, ਇਸ ਤੋਂ ਇਲਾਵਾ ਟੈਲੀਗ੍ਰਾਮ ਜੋ ਹੈ ਜਿੱਥੇ ਤੁਹਾਨੂੰ ਸਾਡੇ ਰੋਜ਼ਮਰਾਨਾ ਦੇ ਜੋ ਕੁਐਸਚਨਸ ਨੇ ਅਸੀਂ PDF ਫ੍ਰੀ ਆਫ ਕੋਸਟ ਹੈ, ਤੁਹਾਨੂੰ ਕੋਈ ਚਾਰਜ ਨਹੀਂ ਲੱਗੇਗਾ, ਉਹ ਉੱਥੇ ਹੀ ਤੁਹਾਨੂੰ ਪ੍ਰੋਵਾਈਡ ਹੋਣਗੇ। ਉਸ ਲਈ ਤੁਹਾਨੂੰ ਇੱਕ ਨਿੱਕਾ ਜਿਹਾ ਕੰਮ ਕਰਨਾ ਪਏਗਾ, ਆਪਣਾ ਜੋ ਨੰਬਰ ਹੈ WhatsApp ਨੰਬਰ ਹੈ ਉਸ ਤੋਂ ਇੱਕ ਛੋਟਾ ਜਿਹਾ ਮੈਸੇਜ ਕਰਨਾ ਹੈ ਸਾਨੂੰ ਇਸ ਨੰਬਰ ਤੇ 9417 76 ਤਾਂ ਕਿ ਤੁਹਾਨੂੰ ਜੋ ਹੈ ਅਸੀਂ ਗਰੁੱਪ ਦੇ ਵਿੱਚ ਐਡ ਕਰ ਦਿੱਤਾ ਜਾਵੇਗਾ। ਸੋ ਇੱਕ ਛੋਟੀ ਜੀ ਗੱਲ ਦਾ ਧਿਆਨ ਰੱਖਣਾ ਹੈ ਕਿ ਜੈਂਡਰ ਜ਼ਰੂਰ ਦੱਸ ਦੇਣਾ ਤਾਂ ਕਿ ਤੁਹਾਨੂੰ ਬॉयਜ਼ ਹੋ ਤਾਂ ਬॉयਜ਼ ਦੇ ਗਰੁੱਪ ਵਿੱਚ ਐਡ ਕਰੀਏ, ਗਰਲਸ ਹੋ ਤਾਂ ਗਰਲਸ ਦੇ ਗਰੁੱਪ ਵਿੱਚ ਕਰੀਏ, ਠੀਕ ਹੈ। ਅੱਜ ਦੀ ਵੀਡੀਓ ਵਿੱਚ ਅੱਜ ਇੰਨਾ ਹੀ, ਉਮੀਦ ਕਰਦਾ ਹਾਂ ਵੀ ਤੁਹਾਨੂੰ ਅੱਜ ਦਾ ਲੈਕਚਰ ਪਸੰਦ ਆਇਆ ਹੋਵੇਗਾ। ਸੋ ਹੋਰ ਇਹੋ ਜਿਹੀਆਂ ਵਧੇਰੀ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਸਾਡਾ ਸਟੱਡੀ ਬਜ਼ਰ ਚੈਨਲ ਜੋ ਹੈ ਉਸ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਦਿਓ। ਮਿਲਦੇ ਹਾਂ ਇੱਕ ਹੋਰ ਨਵੀਂ ਅਪਡੇਟ ਦੇ ਨਾਲ, ਇੱਕ ਹੋਰ ਨਵੀਂ ਬਿਹਤਰੀਨ ਸੋਹਣੀ ਜੀ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ, ਸਤਿ ਸ਼੍ਰੀ ਅਕਾਲ, ਸ਼ਬਕ ਹੈ।